ਹੈਲੋ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ 'ਤੇ। ਸਾਡਾ ਅੱਜ ਦਾ ਵਿਸ਼ਾ ਇੰਗਲਿਸ਼ ਦਾ ਟੌਪਿਕ ਯੂਜ਼ ਆਫ ਆਰਟੀਕਲਸ ਹੈ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਅੱਜ ਅਸੀਂ ਆਰਟੀਕਲਸ ਨੂੰ ਸਿੱਖਣ ਲਈ ਬਹੁਤ ਹੀ ਵਧੀਆ ਟ੍ਰਿਕ ਦੀ ਵਰਤੋਂ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਆਰਟੀਕਲਸ ਦੋਸਤੋ ਤਿੰਨ ਤਰ੍ਹਾਂ ਦੇ ਹੁੰਦੇ ਹਨ, ਏ, ਐਨ ਅਤੇ ਦ। ਆਰਟੀਕਲਸ ਤਿੰਨ ਤਰ੍ਹਾਂ ਦੇ ਹੁੰਦੇ ਹਨ, ਏ, ਐਨ ਅਤੇ ਦ। ਸਭ ਤੋਂ ਪਹਿਲਾਂ ਅਸੀਂ ਏ ਅਤੇ ਐਨ ਦੀ ਗੱਲ ਕਰਾਂਗੇ। ਏ ਅਤੇ ਐਨ ਇੱਕ ਵਚਨ ਹੁੰਦੇ ਹਨ, ਭਾਵ ਸਿੰਗੂਲਰ ਹੁੰਦੇ ਹਨ, ਸਿੰਗਲ ਨਾਊਨ ਦੇ ਨਾਲ ਵਰਤੇ ਜਾਂਦੇ ਹਨ, ਜਿਸ ਤਰ੍ਹਾਂ ਕਿ ਅ ਬੋਏ, ਐਨ ਐਲੀਫੈਂਟ, ਅ ਬੁੱਕ, ਐਨ ਆਰਟੀਕਲ, ਐਨ ਇੰਕ ਪੋਟ। ਇਸ ਤਰ੍ਹਾਂ ਇਹ ਇੱਕ ਵਚਨ ਦੇ ਨਾਲ ਹੀ ਵਰਤੇ ਜਾਂਦੇ ਹਨ। ਅੱਗੇ ਅਸੀਂ ਦੋਸਤੋ ਸਭ ਤੋਂ ਪਹਿਲਾਂ ਐਨ ਦੀ ਗੱਲ ਕਰਦੇ ਹਾਂ। ਐਨ ਕਿੱਥੇ ਵਰਤਿਆ ਜਾਂਦਾ ਹੈ? ਦੋਸਤੋ ਐਨ ਉਹਨਾਂ ਸ਼ਬਦਾਂ ਦੇ ਨਾਲ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਪਹਿਲੇ ਅੱਖਰ ਊੜਾ, ਆੜਾ ਜਾਂ ਈੜੀ ਦੀ ਆਵਾਜ਼ ਕੱਢਦੇ ਹੋਣ। ਫਾਰ ਐਗਜ਼ਾਮਪਲ ਹੈ ਦੋਸਤੋ, ਜਿਸ ਤਰ੍ਹਾਂ ਕਿ ਐਨ ਐਲੀਫੈਂਟ। ਐਲੀਫੈਂਟ ਸ਼ਬਦ ਹੈ ਜੋ ਇਸ ਦਾ ਪਹਿਲਾ ਅੱਖਰ ਹੈ ਈ, ਜੋ ਕਿ ਆੜੇ ਦੀ ਆਵਾਜ਼ ਕੱਢਦਾ ਹੈ। ਇਸ ਕਰਕੇ ਅਸੀਂ ਐਲੀਫੈਂਟ ਦੇ ਨਾਲ ਐਨ ਦੀ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਹੀ ਦੂਸਰਾ ਸ਼ਬਦ ਹੈ ਐਨ ਔਰੇਂਜ। ਦੋਸਤੋ ਉਹ ਹੈ ਜੋ ਇੱਥੇ ਔ ਦੀ ਆਵਾਜ਼ ਕੱਢ ਰਿਹਾ ਹੈ। ਔਰੇਂਜ ਦਾ ਪਹਿਲਾ ਸ਼ਬਦ ਉਹ ਹੈ, ਔ ਦੀ ਆਵਾਜ਼ ਕੱਢ ਰਿਹਾ ਹੈ, ਇਸ ਕਰਕੇ ਇਸ ਦੇ ਨਾਲ ਐਨ ਦੀ ਵਰਤੋਂ ਕੀਤੀ ਗਈ ਹੈ। ਦੋਸਤੋ ਐਨ ਉਹਨਾਂ ਸ਼ਬਦਾਂ ਦੇ ਨਾਲ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਪਹਿਲੇ ਅੱਖਰ ਊੜਾ, ਆੜਾ ਜਾਂ ਈੜੀ ਦੀ ਆਵਾਜ਼ ਕੱਢਦੇ ਹਨ। ਇਸੇ ਤਰ੍ਹਾਂ ਹੀ ਐਨ ਈਗਲ, ਐਨ ਆਵਰ, ਐਨ ਈਜ਼ੀ ਸਟੋਰੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਅਸੀਂ ਏ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ। ਏ ਦੀ ਵਰਤੋਂ ਦੋਸਤੋ ਬਾਕੀ ਦੇ ਜੋ ਸ਼ਬਦ ਹੁੰਦੇ ਹਨ, ਊੜਾ, ਆੜਾ, ਈੜੀ ਦੀ ਆਵਾਜ਼ ਕੱਢਣ ਵਾਲੇ ਸ਼ਬਦਾਂ ਤੋਂ ਇਲਾਵਾ ਬਾਕੀ ਦੇ ਸ਼ਬਦ ਹੁੰਦੇ ਹਨ ਜੋ ਉਹਨਾਂ ਦੇ ਨਾਲ ਏ ਦੀ ਵਰਤੋਂ ਕੀਤੀ ਜਾਂਦੀ ਹੈ। ਦੋਸਤੋ ਦੁਬਾਰਾ ਫਿਰ ਯਾਦ ਦਿਵਾਉਂਦਾ ਹਾਂ ਕਿ ਏ ਅਤੇ ਐਨ ਦੀ ਵਰਤੋਂ ਸਿਰਫ ਇੱਕ ਵਚਨ ਦੇ ਨਾਲ ਹੀ ਕੀਤੀ ਜਾਂਦੀ ਹੈ। ਇੱਥੇ ਫਾਰ ਐਗਜ਼ਾਮਪਲ ਦੇਖੋ, 1 ਰੁਪੀ ਨੋਟ। ਇੱਥੇ ਪਹਿਲਾ ਸ਼ਬਦ ਹੈ ਜੋ ਇਸ ਦਾ ਪਹਿਲਾ ਅੱਖਰ ਹੈ ਜੋ ਉਹ ਹੈ, ਜੋ ਕਿ ਵਾਵੇ ਦੀ ਆਵਾਜ਼ ਕੱਢ ਰਿਹਾ ਹੈ। ਇਸ ਕਰਕੇ ਇਸ ਦੇ ਨਾਲ ਅਸੀਂ ਏ ਦੀ ਵਰਤੋਂ ਕਰਾਂਗੇ। ਇੱਥੇ ਐਨ ਦੀ ਵਰਤੋਂ ਨਹੀਂ ਕਰਾਂਗੇ ਕਿਉਂਕਿ ਇੱਥੇ ਊੜੇ, ਆੜੇ, ਈੜੀ ਦੀ ਆਵਾਜ਼ ਨਹੀਂ ਨਿਕਲ ਰਹੀ। ਠੀਕ ਹੈ। ਨੈਕਸਟ ਹੈ ਅ ਕੈਟ। ਇਸ ਦਾ ਜੋ ਪਹਿਲਾ ਅੱਖਰ ਹੈ ਉਹ ਕੱਕੇ ਦੀ ਆਵਾਜ਼ ਕੱਢ ਰਿਹਾ ਹੈ। ਸੀ ਹੈ ਜੋ ਇੱਥੇ ਕੱਕੇ ਦੀ ਆਵਾਜ਼ ਕੱਢ ਰਿਹਾ ਹੈ। ਇਸ ਕਰਕੇ ਅਸੀਂ ਕੈਟ ਦੇ ਨਾਲ ਅ ਦੀ ਵਰਤੋਂ ਕੀਤੀ ਹੈ, ਅ ਕੈਟ। ਇਸੇ ਤਰ੍ਹਾਂ ਹੀ ਅਗਲਾ ਸ਼ਬਦ ਹੈ ਅ ਵਾਚ, ਅ ਯੂਰਪੀਅਨ। ਦੋਸਤੋ ਇੱਥੇ ਦੇਖੋ ਈ ਹੈ ਜੋ ਯਈਏ ਦੀ ਆਵਾਜ਼ ਕੱਢ ਰਿਹਾ ਹੈ। ਇਸ ਕਰਕੇ ਅਸੀਂ ਇਸ ਦੇ ਨਾਲ ਏ ਦੀ ਵਰਤੋਂ ਕੀਤੀ ਹੈ, ਅ ਯੂਰਪੀਅਨ। ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਏ ਅਤੇ ਐਨ ਦੇ ਵਿੱਚ ਫ਼ਰਕ ਹੈ ਜੋ ਪਤਾ ਲੱਗ ਗਿਆ ਹੋਵੇਗਾ। ਇਸੇ ਤਰ੍ਹਾਂ ਹੀ ਅਗਲਾ ਵਰਡ ਹੈ ਐਨ ਓਨੈਸਟ ਮੈਨ। ਇਸ ਦੇ ਵਿੱਚ ਦੋਸਤੋ ਐਚ ਹੈ ਜੋ ਸਾਈਲੈਂਟ ਹੈ। ਇੱਥੇ ਅਸੀਂ ਓ ਦੀ ਆਵਾਜ਼ ਨੂੰ ਦੇਖਾਂਗੇ। ਓ ਦੀ ਆਵਾਜ਼ ਹੈ ਜੋ ਉਹ ਆੜੇ ਦੀ ਆਵਾਜ਼ ਪੈਦਾ ਕਰ ਰਿਹਾ ਹੈ। ਇਸ ਕਰਕੇ ਊੜਾ, ਆੜਾ, ਈੜੀ ਦੀ ਆਵਾਜ਼ ਕੱਢਣ ਵਾਲੇ ਜੋ ਸ਼ਬਦ ਹੁੰਦੇ ਹਨ ਉਹਨਾਂ ਦੇ ਨਾਲ ਅਸੀਂ ਐਨ ਦੀ ਵਰਤੋਂ ਕਰਦੇ ਹਾਂ। ਦੋਸਤੋ ਇਸ ਤੋਂ ਅੱਗੇ ਹੈ ਦ। ਇਸ ਨੂੰ ਦ ਬੋਲਾਂਗੇ, ਦਾ ਨਹੀਂ ਬੋਲਾਂਗੇ। ਦ ਕਿੱਥੇ ਵਰਤਿਆ ਜਾਂਦਾ ਹੈ? ਦ ਹੈ ਜੋ ਇੱਕ ਵਚਨ ਅਤੇ ਬਹੁਵਚਨ ਦੋਵੇਂ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਵਰਤਿਆ ਜਾਂਦਾ ਹੈ। ਦੋਸਤੋ ਇਹ ਤੁਹਾਨੂੰ ਯਾਦ ਰੱਖਣਾ ਪਵੇਗਾ ਦ ਦੀ ਵਰਤੋਂ ਕਿੱਥੇ ਕਿੱਥੇ ਹੁੰਦੀ ਹੈ। ਜਿਵੇਂ ਕਿ ਪਰਬਤ ਸ਼੍ਰੇਣੀਆਂ ਦੇ ਨਾਂ ਨਾਲ, ਪਰਬਤ ਸ਼੍ਰੇਣੀਆਂ ਦੇ ਨਾਂ ਨਾਲ ਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਦ ਐਲਪਸ, ਦ ਹਿਮਾਲਿਆ। ਇਸੇ ਤਰ੍ਹਾਂ ਹੀ ਅਗਲਾ ਹੈ ਨਦੀਆਂ ਦੇ ਨਾਂ ਤੋਂ ਪਹਿਲਾਂ। ਨਦੀਆਂ ਦੇ ਨਾਂ ਤੋਂ ਪਹਿਲਾਂ ਵੀ ਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਦ ਗੰਗਾ, ਦ ਨੀਲ। ਇਸੇ ਤਰ੍ਹਾਂ ਹੀ ਅੱਗੇ ਦੇਖਦੇ ਹਾਂ ਧਰਮਾਂ ਦੇ ਨਾਂ ਤੋਂ ਪਹਿਲਾਂ ਵੀ ਜਦੋਂ ਅਸੀਂ ਸਮੂਹਿਕ ਤੌਰ 'ਤੇ ਕਿਸੇ ਧਰਮ ਦੇ ਲੋਕਾਂ ਦੀ ਗੱਲ ਕਰ ਰਹੇ ਹੋਈਏ ਤਾਂ ਉੱਥੇ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ, ਜਿਸ ਤਰ੍ਹਾਂ ਕਿ ਦ ਸਿੱਖ, ਦ ਮੁਸਲਿਮ, ਦ ਹਿੰਦੂ। ਇਸੇ ਤਰ੍ਹਾਂ ਹੀ ਧਾਰਮਿਕ ਗ੍ਰੰਥਾਂ ਦੇ ਨਾਂ ਤੋਂ ਪਹਿਲਾਂ ਵੀ ਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਦ ਗੁਰੂ ਗ੍ਰੰਥ ਸਾਹਿਬ, ਦ ਗੀਤਾ।
ਦ ਬਾਈਬਲ, ਦ ਕੁਰਾਨ। ਅੱਗੇ ਹੈ ਦੋਸਤੋ, ਵਿਕਸਿਤ ਦੇਸ਼ਾਂ ਦੇ ਨਾਂ ਤੋਂ ਪਹਿਲਾਂ ਵੀ ਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਦ ਯੂਨਾਈਟਿਡ ਕਿੰਗਡਮ। ਜਿਹੜੇ ਵਿਕਸਿਤ ਦੇਸ਼ ਹਨ ਉਹਨਾਂ ਦੇ ਨਾਵਾਂ ਤੋਂ ਪਹਿਲਾਂ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ। ਅੱਗੇ ਹੈ ਦੋਸਤੋ, ਦਿਸ਼ਾਵਾਂ ਦੇ ਨਾਂ ਤੋਂ ਪਹਿਲਾਂ ਵੀ ਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਦ ਈਸਟ, ਦ ਵੈਸਟ, ਦ ਸਾਊਥ, ਦ ਨਾਰਥ। ਨੈਕਸਟ ਹੈ ਦੋਸਤੋ, ਮਹਾਨ ਵਿਅਕਤੀਆਂ ਦੇ ਨਾਂ ਤੋਂ ਪਹਿਲਾਂ ਜਾਂ ਦੇਸ਼ ਭਗਤਾਂ ਦੇ ਨਾਂ ਤੋਂ ਪਹਿਲਾਂ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ, ਜਿਸ ਤਰ੍ਹਾਂ ਕਿ ਅਸ਼ੋਕਾ, ਦ ਗ੍ਰੇਟ, ਅਕਬਰ ਦ ਗ੍ਰੇਟ, ਦ ਮਹਾਤਮਾ ਗਾਂਧੀ। ਇਸ ਤਰ੍ਹਾਂ ਦੇ ਜੋ ਮਹਾਨ ਵਿਅਕਤੀ ਨੇ ਜਾਂ ਦੇਸ਼ ਭਗਤ ਨੇ ਉਹਨਾਂ ਦੇ ਨਾਂ ਤੋਂ ਪਹਿਲਾਂ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ। ਅੱਗੇ ਹੈ ਦੋਸਤੋ, 7 ਅਜੂਬਿਆਂ ਦੇ ਨਾਂ ਤੋਂ ਪਹਿਲਾਂ ਵੀ ਦ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਦ ਗੋਲਡਨ ਟੈਂਪਲ, ਦ ਤਾਜ ਮਹਿਲ। ਇਸ ਤਰ੍ਹਾਂ ਦੇ ਜੋ ਅਜੂਬੇ ਨੇ, 7 ਅਜੂਬੇ ਹਨ ਜੋ ਸੰਸਾਰ ਦੇ ਵਿੱਚ, ਉਹਨਾਂ ਦੇ ਨਾਵਾਂ ਦੇ ਨਾਲ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ। ਇਸ ਤੋਂ ਇਲਾਵਾ ਦਿਨ ਦੇ ਭਾਗਾਂ ਤੋਂ ਪਹਿਲਾਂ ਡੇ ਪਾਰਟਸ ਹਨ ਜੋ ਦਿਨ ਦੇ, ਉਹਨਾਂ ਤੋਂ ਪਹਿਲਾਂ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ, ਜਿਸ ਤਰ੍ਹਾਂ ਕਿ ਇਨ ਦ ਮਾਰਨਿੰਗ, ਇਨ ਦ ਈਵਨਿੰਗ, ਇਨ ਦ ਆਫਟਰਨੂਨ। ਅੱਗੇ ਹੈ ਦੋਸਤੋ, ਖਾਸ ਚੀਜ਼ਾਂ ਦੇ ਨਾਂ ਤੋਂ ਪਹਿਲਾਂ ਵੀ ਅਸੀਂ ਜੋ ਆਪਣੀਆਂ ਹਨ, ਖਾਸ ਹਨ, ਸਪੈਸ਼ਲ ਹਨ, ਉਹਨਾਂ ਦੇ ਨਾਂ ਤੋਂ ਪਹਿਲਾਂ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ, ਜਿਸ ਤਰ੍ਹਾਂ ਕਿ ਪਲੀਜ਼ ਗਿਵ ਮੀ ਦ ਬੁੱਕ। ਇੱਥੇ ਖਾਸ ਬੁੱਕ ਦੀ ਗੱਲ ਹੋ ਰਹੀ ਹੈ, ਜਿਸ ਤਰ੍ਹਾਂ ਕਿ ਆਪਣੀ ਖੁਦ ਦੀ ਗੱਡੀ ਹੋਵੇ, ਕਾਰ ਹੋਵੇ। ਇਸ ਤਰ੍ਹਾਂ ਦੇ ਜੋ ਨਾਊਨ ਹੁੰਦੇ ਹਨ, ਜੋ ਅਜਿਹੀਆਂ ਚੀਜ਼ਾਂ ਜੋ ਸਾਨੂੰ ਬਿਲੋਂਗ ਕਰਦੀਆਂ ਹਨ, ਉਹਨਾਂ ਤੋਂ ਪਹਿਲਾਂ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ। ਇਸ ਤੋਂ ਅੱਗੇ ਹੈ ਦੋਸਤੋ, ਅਖਬਾਰਾਂ ਦੇ ਨਾਂ ਨਾਲ, ਜਿਸ ਤਰ੍ਹਾਂ ਕਿ ਦ ਟਾਈਮਜ਼ ਆਫ ਇੰਡੀਆ, ਦ ਟ੍ਰਿਬਿਊਨ। ਅਖਬਾਰਾਂ ਦੇ ਨਾਮ ਦੇ ਨਾਲ ਵੀ ਦ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਹੈ ਦੋਸਤੋ, ਵੈਰੀ ਇੰਪੋਰਟੈਂਟ ਹੈ, ਸਮਝਣ ਵਾਲਾ ਹੈ, ਪੁਰਾਣੀ ਜਾਣਕਾਰੀ। ਜਦੋਂ ਅਸੀਂ ਵਾਕ ਦੇ ਵਿੱਚ ਕਿਸੇ ਚੀਜ਼ ਦੀ ਵਰਤੋਂ ਇੱਕ ਤੋਂ ਵੱਧ ਵਾਰ ਕਰੀਏ, ਕਾਮਨ ਨਾਊਨ ਦੀ ਵਰਤੋਂ ਇੱਕ ਤੋਂ ਵੱਧ ਵਾਰ ਕਰੀਏ, ਫਾਰ ਐਗਜ਼ਾਮਪਲ ਜਿਸ ਤਰ੍ਹਾਂ ਕਿ ਅਸੀਂ ਇਸ ਸੈਂਟੈਂਸ ਨੂੰ ਪੜ੍ਹਦੇ ਹਾਂ, ਆਈ ਸੌ ਅ ਮੋਬਾਈਲ, ਦ ਮੋਬਾਈਲ ਵਾਜ਼ ਵੈਰੀ ਕੋਸਟਲੀ। ਇੱਥੇ ਆਪਣੇ ਲਈ ਨਵੀਂ ਜਾਣਕਾਰੀ ਹੈ, ਇਸ ਲਈ ਅਸੀਂ ਇਹ ਦੀ ਵਰਤੋਂ ਕੀਤੀ ਹੈ, ਆਈ ਸੌ ਅ ਮੋਬਾਈਲ। ਪਰ ਦੂਸਰੇ ਵਾਕ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਉਸੇ ਮੋਬਾਈਲ ਦੀ। ਇੱਥੇ ਜੋ ਜਾਣਕਾਰੀ ਹੈ ਮੋਬਾਈਲ ਦੇ ਬਾਰੇ ਉਹ ਪੁਰਾਣੀ ਹੋ ਗਈ ਹੈ ਅਤੇ ਉਹ ਸ਼ਬਦ ਹੈ ਜੋ ਇੱਕ ਤੋਂ ਜ਼ਿਆਦਾ ਵਾਰ ਵਰਤਿਆ ਗਿਆ ਹੈ, ਇਸ ਕਰਕੇ ਅਸੀਂ ਇੱਥੇ ਦ ਦੀ ਵਰਤੋਂ ਕੀਤੀ ਹੈ। ਅੱਗੇ ਹੈ ਦੋਸਤੋ, ਸੁਪਰਲੇਟਿਵ ਡਿਗਰੀ ਦੇ ਨਾਲ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ, ਜਿਸ ਤਰ੍ਹਾਂ ਕਿ ਹੀ ਇਜ਼ ਦ ਮੋਸਟ ਇੰਟੈਲੀਜੈਂਟ ਬੋਆਏ ਇਨ ਹਿਜ਼ ਕਲਾਸ। ਇੱਥੇ ਸੁਪਰਲੇਟਿਵ ਡਿਗਰੀ ਹੈ। ਇਸ ਤਰ੍ਹਾਂ ਹੀ ਜੋ EST ਵਾਲੇ ਹੁੰਦੇ ਹਨ, ਸ਼ਬਦ ਹੁੰਦੇ ਹਨ, ਜਿਸ ਤਰ੍ਹਾਂ ਕਿ ਹੀ ਇਜ਼ ਦ ਟੋਲੈਸਟ ਬੋਆਏ ਇਨ ਹਿਜ਼ ਕਲਾਸ, ਜਾਂ ਮੋਸਟ ਵਾਲੇ ਹੁੰਦੇ ਹਨ, ਉਹਨਾਂ ਦੇ ਨਾਲ ਵੀ ਅਸੀਂ ਦ ਦੀ ਵਰਤੋਂ ਕਰਦੇ ਹਾਂ। ਦੋਸਤੋ, ਇਸ ਦੇ ਨਾਲ ਹੀ ਵੀਡੀਓ ਸਮਾਪਤ ਹੁੰਦੀ ਹੈ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ, ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਥੈਂਕ ਯੂ।